ਸ਼੍ਰੀ ਨਾਨਕ ਪਦ ਪੰਕਜ ਬੰਧਨ ਪਦ ਪੰਕਜ ਬੰਧਨਾ ਸਿਮਰੋ ਅੰਗਦ ਦੋਖ ਨਿਕੰਦਨਾ ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ ਜੇ ਪੁਨ ਪੁਨ ਸੀਸਾ। ਬੰਧੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਧੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਹੋਏ ਤਾਤ ਮਮ ਵੱਡ ਕ੍ਰਿਖ ਕਾਰਾ। ਦਿਓ ਬਸਾ ਇਕ ਗ੍ਰਾਮ ਨਿਰਾਰਾ। ਜੁਗੋ ਜੁਗ ਅਟਲ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰੇ ਸਤਿਕਾਰਯੋਗ ਸਤਸੰਗੀ ਜਨੋ, ਸਾਹਿਬਾਂ ਨੂੰ ਸੀਸ ਝੁਕਾਉਂਦਿਆਂ ਹੋਇਆ ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨ ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਪੁਰਬ ਰਾਤ ਅਧਿਆਏ 12ਵੇਂ ਦਾ ਪ੍ਰਸੰਗ ਆਰੰਭ ਕੀਤਾ ਹੈ। ਜਿਸ ਪ੍ਰਸੰਗ ਦੇ ਵਿੱਚ ਕਵੀ ਜੀ ਨੇ ਜ਼ਿਕਰ ਕੀਤਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਪਿਤਾ ਜੀ ਦੀ ਆਗਿਆ ਪਾ ਕੇ ਆਪਣੇ ਪਿਤਾ ਜੀ ਦਾ ਹੁਕਮ ਮੰਨਦੇ ਹੋਏ ਖੇਤੀ ਕਰਨ ਦੇ ਵਾਸਤੇ ਜਾਂਦੇ ਨੇ। ਨਾਲ ਹੀ ਨਾਲ ਕਵੀ ਜੀ ਪ੍ਰਸੰਗ ਦੀ ਆਰੰਭਤਾ ਦੇ ਵਿੱਚ ਮੌਸਮ ਦੀ ਤਬਦੀਲੀ ਦਾ ਜ਼ਿਕਰ ਕਰਦੇ ਹਨ ਕਿ ਗਰਮੀ ਦੀ ਰੁੱਤ ਬੀਤ ਗਈ ਹੈ। ਗਰਮੀ ਦੀ ਰੁੱਤ ਬੀਤ ਜਾਣ ਤੋਂ ਬਾਅਦ ਜਿਹੜਾ ਬਰਸਾਤ ਦਾ ਮੌਸਮ ਹੈ ਨਾ, ਬੜਾ ਸੁਹਾਵਣਾ ਹੋ ਗਿਆ। ਤੇ ਜਿਨ੍ਹਾਂ ਦੇ ਹਿਰਦੇ ਵੀ ਤਪਦੇ ਸਨ, ਹਿਰਦਿਆਂ ਨੂੰ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਆਪਣੇ ਬਚਨਾਂ ਨੂੰ ਠੰਡਾ ਕਰਦੇ ਸਨ, ਆਪਣੇ ਬਚਨਾਂ ਦੇ ਨਾਲ ਉਹਨਾਂ ਨੂੰ ਸ਼ੀਤਲ ਕਰਦੇ ਸਨ, ਇਸੇ ਤਰ੍ਹਾਂ ਉਹਨਾਂ ਦੇ ਤਨ ਨੂੰ ਤਪਦਿਆਂ ਨੂੰ, ਉਹਨਾਂ ਦੀ ਤਪਸ਼ ਨੂੰ ਮੁਕਾਉਣ ਦੇ ਲਈ ਮੌਸਮ ਦੇ ਵਿੱਚ ਜਿਹੜੀ ਤਬਦੀਲੀ ਆਈ ਹੈ, ਬਰਸਾਤ ਦਾ ਮੌਸਮ ਹੈ, ਜਿਸ ਦੇ ਨਾਲ ਉਹਨਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਫਿਰ ਜ਼ਿਕਰ ਕਰਦੇ ਨੇ ਕਿ ਉਹ ਸਾਰੇ ਜਿਹੜੇ ਤਲਾਬ ਨੇ, ਪਾਣੀ ਦੇ ਸੋਮੇ ਨੇ, ਨਦੀਆਂ ਨੇ, ਨਹਿਰਾਂ ਨੇ, ਉਹ ਆਪਣੇ ਹੱਦ ਬੰਨੇ ਜਿੰਨੀ ਉਹਨਾਂ ਦੀ ਸੀਮਾ ਸੀ, ਉਸ ਸੀਮਾ ਤੋਂ ਵੀ ਵੱਧ ਕਿਤੇ ਉਹ ਭਰੀਆਂ ਹੋਈਆਂ ਨੇ। ਉਸ ਸੀਮਾ ਨੂੰ ਵੀ ਟੱਪੇ ਹੋਏ ਨੇ, ਹੱਦ ਬੰਨੇ ਵੀ ਟੱਪੇ ਹੋਏ ਨੇ। ਤੇ ਇਸੇ ਤਰ੍ਹਾਂ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜ਼ਿਕਰ ਕਰਦੇ ਨੇ
ਤੇ ਮਹਿਤਾ ਕਾਲੂ ਜੀ ਆਪਣੇ ਪਿਆਰੇ ਪੁੱਤਰ ਨੂੰ ਲਾਡ ਪਿਆਰ ਕਰਦੇ ਹੋਏ ਸਮਝਾਉਣਾ ਕਰਦੇ ਨੇ ਕਿ ਮੇਰਾ ਪੁੱਤਰ ਬਹੁਤ ਵੱਡਾ ਹੋ ਗਿਆ, ਹੁਣ ਇਹ ਜੰਗਲਾਂ ਦੇ ਵਿੱਚ ਗਾਵਾਂ ਮੱਝਾਂ ਚਾਰਨ ਨਹੀਂ ਜਾਵੇਗਾ, ਹੁਣ ਇਹ ਖੇਤੀ ਕਰੇਗਾ। ਜਿਹੜੇ ਘਰ ਦੇ ਸਾਡੇ ਨਿੱਜੀ ਖੇਤ ਨੇ ਉੱਥੇ ਹੱਲ ਵਾਹ ਕੇ ਉੱਥੇ ਬੀਜ ਕੇ ਖੇਤੀ ਕਰੇਗਾ। ਤੇ ਫਿਰ ਮਹਿਤਾ ਕਾਲੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਦੇ ਨਾਲ ਇੱਕ ਨੌਕਰ ਨੂੰ ਭੇਜਦੇ ਨੇ ਤੇ ਘਰ ਦੇ ਵਿੱਚੋਂ ਸਵਾ ਮਣ ਜਿਹੜਾ ਧਾਨ ਹੈ, ਸਵਾ ਮਣ ਜਿਹੜਾ ਬੀਜ ਹੈ, ਉਹ ਬੀਜਣ ਦੇ ਵਾਸਤੇ ਆਪਣੇ ਪੁੱਤਰ ਨੂੰ ਤੋਲ ਕੇ ਦੇ ਦਿੰਦੇ ਨੇ। ਤੇ ਇੱਥੋਂ ਤੱਕ ਅਸੀਂ ਪ੍ਰਸੰਗ ਸਰਵਣ ਕੀਤਾ ਸੀ ਕਿ ਤੀਸਰੇ ਦਿਨ ਹੀ ਖੇਤ ਦੇ ਵਿੱਚ ਹਰਿਆਲੀ ਜਿਹੜੀ ਹੈ, ਉਹ ਜਿਹੜੇ ਬੀਜ ਨੇ ਉਹ ਪੁੰਗਰ ਗਏ ਨੇ, ਬੀਜ ਜਿਹੜੇ ਨੇ ਉਹ ਫੁੱਟ ਗਏ ਨੇ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜਿਹੜੀ ਪ੍ਰਿਥਵੀ ਹੈ, ਧਰਤੀ ਹੈ, ਉਹ ਵੀ ਉਹਨਾਂ ਦੀ ਮਿਹਨਤ ਦੇ ਵਿੱਚ ਪੂਰਾ ਉਹਨਾਂ ਦਾ ਸਹਿਯੋਗ ਕਰ ਰਹੀ ਹੈ। ਇੱਥੋਂ ਤੱਕ ਅਸੀਂ ਪ੍ਰਸੰਗ ਸਰਵਣ ਕਰ ਚੁੱਕੇ ਹਾਂ। ਆਓ ਅਗਲੇਰਾ ਪ੍ਰਸੰਗ ਸਰਵਣ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਹੋਏ ਤਾਤ ਮਮ ਵੱਡ ਕ੍ਰਿਖਕਾਰਾ, ਦਿਓ ਬਸਾਏ ਇੱਕ ਗ੍ਰਾਮ ਨਿਰਾਰਾ। ਜਦੋਂ ਮਹਿਤਾ ਕਾਲੂ ਜੀ ਉਸ ਖੇਤ ਦੇ ਵਿੱਚ ਪਹੁੰਚਦੇ ਨੇ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਨੂੰ ਖੇਤੀ ਕਰਨ ਦੇ ਬਾਬਤ ਭੇਜਿਆ ਜਾਂਦਾ ਹੈ ਨਾ, ਤੀਸਰੇ ਦਿਨ ਜਾ ਕੇ ਖੇਤ ਦੇ ਵਿੱਚ ਜਦੋਂ ਗੇੜਾ ਮਾਰਦੇ ਨੇ ਤਾਂ ਦੇਖਦੇ ਨੇ ਵੀ ਖੇਤ ਪੂਰਾ ਹਰਿਆ ਭਰਿਆ ਹੋਇਆ ਹੈ, ਵੀ ਸੋਹਣੇ ਤਰੀਕੇ ਦੇ ਨਾਲ, ਪੂਰੀ ਲਗਨ ਦੇ ਨਾਲ ਮੇਰੇ ਪੁੱਤਰ ਨੇ ਮਿਹਨਤ ਕੀਤੀ ਸੀ, ਚੰਗੇ ਤਰੀਕੇ ਦੇ ਨਾਲ ਹਲ ਵਾਇਆ ਸੀ ਤੇ ਬੀਜ ਬੀਜਿਆ ਸੀ। ਤੇ ਉਸ ਦੇ ਸਿੱਟੇ ਸਦਕਾ, ਮਿਹਨਤ ਦੇ ਸਦਕਾ ਇਹ ਜਿਹੜਾ ਖੇਤ ਦੇ ਵਿੱਚ ਫਸਲ ਹੈ ਨਾ, ਹਰੀ ਭਰੀ ਸੰਘਣੀ ਫਸਲ ਜਿਹੜੀ ਹੈ, ਉਹ ਦੇਖ ਕੇ ਮਹਿਤਾ ਕਾਲੂ ਜੀ ਮਨ ਦੇ ਵਿੱਚ ਬਹੁਤ ਖੁਸ਼ੀ ਮਨਾਉਂਦੇ ਨੇ ਤੇ ਆਖਦੇ ਨੇ ਹੋਏ ਤਾਤ ਮਮ ਵੱਡ ਕ੍ਰਿਖਕਾਰਾ। ਤਾਤ ਦਾ ਭਾਵ ਹੈ ਪੁੱਤਰ, ਵੱਡ ਦਾ ਭਾਵ ਹੈ ਵੱਡਾ। ਤੇ ਕਹਿੰਦੇ ਜਦੋਂ ਮੇਰਾ ਪੁੱਤਰ ਵੱਡਾ ਹੋਵੇਗਾ, ਕ੍ਰਿਖਕਾਰਾ ਦਾ ਭਾਵ ਹੈ ਕਿਸਾਨ, ਜਦੋਂ ਮੇਰਾ ਪੁੱਤਰ ਹੋਰ ਵਡੇਰਾ ਹੋਵੇਗਾ ਤਾਂ ਇਹ ਚੰਗਾ ਕਿਸਾਨ ਬਣੇਗਾ। ਦਿਓ ਵਸਾਏ ਇੱਕ ਗ੍ਰਾਮ ਨਿਰਾਰਾ। ਤੇ ਕਹਿੰਦੇ ਫਿਰ ਇਸ ਨੂੰ, ਇਸ ਦੀ ਮਿਹਨਤ ਨੂੰ ਦੇਖਦਿਆਂ ਮੈਂ ਇਸ ਨੂੰ ਇੱਕ ਪਿੰਡ ਜਾਂ ਨਗਰ ਵਸਾ ਕੇ ਦੇਵਾਂਗਾ ਜਿੱਥੇ ਇਹ ਰਹੇਗਾ। ਨਿਪ ਜਾਵਨ ਤਨ ਅਨਕ ਬਿਦਨ ਸੋ, ਆਇਓ ਕਰਤ ਚਿਤ ਬਨ ਨਿਜ ਮਨ ਸੋ। ਤੇ ਇਸ ਨੇ ਕਹਿੰਦੇ ਅਨੇਕਾਂ ਵਿਧੀਆਂ ਦੇ ਨਾਲ ਫਿਰ ਉਸ ਨਗਰ ਦੇ ਵਿੱਚ ਕੰਮਕਾਜ ਕਰਦਿਆਂ, ਉਸ ਨਗਰ ਦੇ ਵਿੱਚ, ਉਸ ਪਿੰਡ ਦੇ ਵਿੱਚ ਰੁਜ਼ਗਾਰ ਦਾ ਸਾਧਨ ਪੈਦਾ ਕਰਦਿਆਂ ਅਨੇਕਾਂ ਤਰੀਕਿਆਂ ਦੇ ਨਾਲ ਕਹਿੰਦੇ ਫਿਰ ਧਨ ਜਿਹੜਾ ਹੈ ਉਹ ਪੈਦਾ ਕਰਨਾ ਹੈ। ਆਇਓ ਕਰਤ ਚਿਤਵਨ ਨਿਜ ਮਨ ਸੋ। ਤੇ ਇਸ ਤਰ੍ਹਾਂ ਉਹ ਆਪਣੇ ਮਨ ਦੇ ਵਿੱਚ ਚਿਤਵਨ ਲੱਗੇ ਨੇ। ਮਹਿਤਾ ਕਾਲੂ ਜੀ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਨੇ ਉਹ ਹਰਿਆ ਭਰਿਆ ਖੇਤ ਦੇਖ ਕੇ ਵੀ ਮੇਰਾ ਪੁੱਤਰ ਬੜਾ ਮਿਹਨਤੀ ਹੈ, ਬੜਾ ਚੰਗਾ ਕਾਰਜ ਕਰ ਰਿਹਾ, ਸਮਾਂ ਪੈਣ ਤੇ ਮੈਂ ਇਹਨੂੰ ਇੱਕ ਸੋਹਣਾ ਨਗਰ ਵਸਾ ਕੇ ਦੇਵਾਂਗਾ। ਉਸ ਨਗਰ ਦੇ ਵਿੱਚ ਰੁਜ਼ਗਾਰ ਦੇ ਸਾਧਨ ਪੈਦਾ ਕਰਕੇ, ਅਨੇਕਾਂ ਤਰ੍ਹਾਂ ਦੇ ਰੁਜ਼ਗਾਰ ਪੈਦਾ ਕਰਕੇ, ਜਿਸ ਦੇ ਅਧੀਨ ਫਿਰ ਅਨੇਕਾਂ ਹੋਰ ਕਾਮਿਆਂ ਨੂੰ ਵੀ ਕੰਮ ਮਿਲੇਗਾ, ਹੋਰ ਲੋਕ ਵੀ ਇਸ ਦੇ ਅਧੀਨ ਰਹਿ ਕੇ ਕੰਮ ਕਰੇਗੇ ਤੇ ਇਸੇ ਤਰ੍ਹਾਂ ਫਿਰ ਕਹਿੰਦੇ ਇਹ ਧਨ ਪ੍ਰਾਪਤ ਕਰੇਗਾ। ਸ਼੍ਰੀ ਗੁਰੂ ਨਾਨਕ ਹਿਰਦੇ ਵਿਚਾਰੀ, ਧਨ ਤ੍ਰਿਸ਼ਨਾ ਦਿਨ ਪ੍ਰਤ ਪਿਤ ਭਾਰੀ। ਤੇ ਦੂਜੇ ਪਾਸੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਨੇ। ਆਪਣੇ ਮਨ ਦੇ ਵਿੱਚ ਵਿਚਾਰ ਜਿਹੜੇ ਨੇ ਉਹ ਵਿਚਾਰ ਚਰਚਾ ਕਰਦੇ ਹੋਏ ਆਖਦੇ ਨੇ ਕਿ ਮੇਰੇ ਪਿਤਾ ਜੀ ਦੇ ਜੀਵਨ ਦੇ ਵਿੱਚ ਜਿਹੜਾ ਹੈ ਨਾ, ਮਨ ਦੇ ਵਿੱਚ ਧਨ ਦੌਲਤ ਨੂੰ ਲੈ ਕੇ ਜ਼ਿਆਦਾ ਲਾਲਚ ਵਧਿਆ ਹੋਇਆ। ਉਹ ਹਰ ਰੋਜ਼ ਧਨ ਦੀ ਤ੍ਰਿਸ਼ਨਾ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਵੱਧ ਰਹੀ ਹੈ। ਦਿਨੋਂ ਦਿਨ ਉਹ ਧਨ ਦੀ ਪ੍ਰਾਪਤੀ ਕਰਨ ਦੇ ਲਈ ਮੈਨੂੰ ਪ੍ਰੇਰ ਰਹੇ ਨੇ ਕਿ ਕਿਸੇ ਤਰੀਕੇ ਦੇ ਨਾਲ ਵੱਧ ਤੋਂ ਵੱਧ ਧਨ ਇਕੱਠਾ ਕੀਤਾ ਜਾ ਸਕੇ। ਜਾਂ ਤੇ ਅਬ ਹੀ ਬਨੇ ਨਬੇਰੋ, ਧਨ ਖਟਨੇ ਕੋ ਮਿਟਵੈ ਚੇਰੋ। ਤੇ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਮਨ ਦੇ ਵਿੱਚ ਵਿਚਾਰ ਚਰਚਾ ਆਖਦੇ ਨੇ ਕਿ ਜਿਹੜੇ ਇਹਨਾਂ ਦੇ ਮਨ ਦੀ ਅਵਸਥਾ ਬਣੀ ਹੋਈ ਹੈ ਨਾ, ਮਨ ਦੀ ਅਵਸਥਾ ਦੇ ਵਿੱਚ ਜਿਹੜੀ ਧਨ ਦੇ ਪ੍ਰਤੀ ਮੋਹ ਹੈ, ਪੈਸੇ ਦੇ ਪ੍ਰਤੀ ਮੋਹ ਹੈ, ਦੌਲਤ ਨੂੰ ਪ੍ਰਾਪਤ ਕਰਨ ਦੇ ਲਈ ਇਹਨਾਂ ਦੇ ਜੀਵਨ ਦੇ ਵਿੱਚ ਤ੍ਰਿਸ਼ਨਾ ਵਧੀ ਹੋਈ ਹੈ। ਕਹਿੰਦੇ ਜਿਹੜਾ ਇਹ ਸੁਭਾਅ ਹੈ ਨਾ, ਇਸ ਨੂੰ ਹੁਣੇ ਹੀ ਤਬਦੀਲ ਕਰਨਾ ਚਾਹੀਦਾ ਹੈ।
ਹੁਣ ਇਸ ਦਾ ਨਿਬੇੜਾ ਕਰ ਲੈਣਾ ਚਾਹੀਦਾ ਹੈ ਤੇ ਫਿਰ ਜਿਹੜਾ ਵੱਧ ਧਨ ਪ੍ਰਾਪਤ ਕਰਨ ਦੇ ਲਈ ਧਨ ਖੱਟਣ ਦਾ ਜਿਹੜਾ ਝੰਜਟ ਹੈ ਨਾ ਉਹ ਵੀ ਮੁਕਾ ਦੇਣਾ ਚਾਹੀਦਾ ਹੈ। ਵੈਸੇ ਬਹੁਰ ਖੇਤ ਰਖਵਾਰੀ ਵਰਜੇ ਕਿਸ ਨਾ ਚਰੇ ਪਸ ਝਾਦੀ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਖੇਤ ਦੇ ਵਿੱਚ ਬੀਜ ਬੀਜਿਆ ਸੀ, ਫਸਲ ਬੀਜੀ ਸੀ, ਉਸ ਫਸਲ ਦੀ ਰਾਖੀ ਵਾਸਤੇ ਉਸ ਖੇਤ ਦੇ ਕੰਢੇ ਬੈਠਦੇ ਨੇ ਤੇ ਫਿਰ ਆਖਦੇ ਨੇ ਵਰਜੇ ਕਿਸ ਨਾ ਚਰੇ ਪਸ ਝਾਰੀ। ਤੇ ਉਸ ਨੂੰ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਖੇਤ ਦੇ ਕੰਢੇ ਜਿੱਥੇ ਬੈਠੇ ਨੇ ਉਸ ਖੇਤ ਦੇ ਵਿੱਚ ਜਿੰਨੇ ਵੀ ਪਸ਼ੂ ਆਉਂਦੇ ਨੇ ਉਹ ਖੇਤ ਨੂੰ ਚਰਦੇ ਨੇ, ਖੇਤ ਨੂੰ ਚਰਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਿਸੇ ਨੂੰ ਡੱਕਦੇ ਨਹੀਂ, ਕਿਸੇ ਨੂੰ ਰੋਕਦੇ ਨਹੀਂ। ਤੇ ਫਿਰ ਇਸੇ ਤਰ੍ਹਾਂ ਉਹ ਸਾਰਾ ਖੇਤ ਜਿਹੜਾ ਹੈ ਉਹਨਾਂ ਪਸ਼ੂਆਂ ਦੇ ਹਵਾਲੇ ਕਰ ਦਿੰਦੇ ਨੇ। ਰਾਸ਼ਪ ਬੜਬਾ ਗੋਮ੍ਰਿਗ ਬ੍ਰਿੰਦਾ ਚਰਤ ਖੇਤ ਰਹਿ ਬੈਸ ਆਨੰਦਾ। ਤੇ ਫਿਰ ਇਸੇ ਤਰ੍ਹਾਂ ਕਹਿੰਦੇ ਨੇ ਰਾਸ਼ਪ ਦਾ ਭਾਵ ਹੈ ਖੋਤੇ, ਬੜਵਾ ਦਾ ਭਾਵ ਹੈ ਘੋੜੇ, ਗੋ ਦਾ ਭਾਵ ਹੈ ਗਾਵਾਂ, ਮ੍ਰਿਗ ਦਾ ਭਾਵ ਹੈ ਹਿਰਨ। ਤੇ ਇਸੇ ਤਰ੍ਹਾਂ ਕਹਿੰਦੇ ਉਸ ਖੇਤ ਦੇ ਵਿੱਚ ਖੋਤੇ, ਘੋੜੇ, ਗਊਆਂ, ਹਿਰਨ ਇਤ ਆਦਿਕ ਉਹ ਸਾਰਾ ਖੇਤ ਜਿਹੜਾ ਹੈ ਉਹ ਚਰਦੇ ਨੇ। ਉਹ ਸਾਰੇ ਖੇਤ ਦੇ ਵਿੱਚ ਆਉਂਦੇ ਨੇ। ਚਰਤ ਖੇਤ ਰਹਿ ਬੈਸ ਆਨੰਦਾ। ਤੇ ਖੇਤ ਦੇ ਵਿੱਚ ਉਹ ਘਾਹ ਜਿਹੜਾ ਉਹ ਫਸਲ ਉਗਾਈ ਗਈ ਹੈ ਨਾ ਉਹ ਫਸਲ ਨੂੰ ਚਾਰਦੇ ਨੇ। ਉਹ ਫਸਲ ਚਰ ਕੇ ਫਸਲ ਨੂੰ ਖਾ ਕੇ ਸਾਰੇ ਪਸ਼ੂ ਆਨੰਦ ਮਾਣਦੇ ਨੇ। ਦਿਨ ਧੋਏ ਕਮੈ ਦੀਨ ਨਬੇਰੀ ਇੱਕ ਨਾ ਬੂਟ ਜੈ ਸਗਨ ਕਨੇਰੀ। ਕਹਿੰਦੇ 2 ਦਿਨਾਂ ਦੇ ਵਿੱਚ ਜਿਹੜੀ ਉਹ ਫਸਲ ਹਰੀ ਭਰੀ ਹੋਈ ਸੀ ਨਾ ਉਹ ਖੇਤ ਭਰਿਆ ਹੋਇਆ ਸੀ ਤੇ 2 ਦਿਨਾਂ ਦੇ ਵਿੱਚ ਉਹਨਾਂ ਪਸ਼ੂਆਂ ਨੇ ਸਾਰੇ ਦਾ ਸਾਰਾ ਖੇਤ ਜਿਹੜਾ ਸੀ ਉਹ ਖਾਲੀ ਕਰ ਦਿੱਤਾ। ਤੇ ਜਿਹੜੀ ਖੇਤ ਦੇ ਵਿੱਚ ਫਸਲ ਸੰਘਣੀ ਸੀ ਜਿਸ ਨੂੰ ਦੇਖ ਕੇ ਮਹਿਤਾ ਕਾਲੂ ਜੀ ਬਹੁਤ ਖੁਸ਼ ਹੋਏ ਸਨ। ਕਹਿੰਦੇ ਉਸ ਫਸਲ ਦਾ ਹੁਣ ਇੱਕ ਵੀ ਬੂਟਾ ਖੇਤ ਦੇ ਵਿੱਚ ਨਹੀਂ ਵਸਿਆ। ਕਾਲੂ ਗਇਓ ਬਿਲੋਕਣ ਖੇਤੂ ਟਿਕ ਬੈਠੇ ਬੇਦੀ ਕੁਲ ਕੇਤੂ। ਤੇ ਫਿਰ ਇਸੇ ਵਾਸਤੇ ਹੁਣ ਮਹਿਤਾ ਕਾਲੂ ਜੀ ਜਿਵੇਂ ਖੇਤ ਦੇ ਵਿੱਚ ਗੇੜਾ ਮਾਰਨ ਜਾਂਦੇ ਨੇ, ਆਮ ਤੌਰ ਦੇ ਉੱਤੇ ਜਿਹੜੇ ਜ਼ਿਮੀਂਦਾਰ ਨੇ ਨਾ ਉਹ ਆਪਣੀ ਫਸਲ ਦੇ ਨਾਲ ਬਹੁਤ ਪਿਆਰ ਕਰਦੇ ਨੇ। ਦਿਨ ਦੇ ਵਿੱਚ 1-2 ਵਾਰ ਉਹਨਾਂ ਨੇ ਖੇਤ ਦਾ ਗੇੜਾ ਜ਼ਰੂਰ ਮਾਰਨਾ ਹੋਵੇ, ਚਾਹੇ ਫਸਲ ਹਰੀ ਭਰੀ ਵੀ ਹੋ ਜਾਵੇ। ਮਹਿਤਾ ਕਾਲੂ ਜੀ ਵੀ ਇਸ ਖੇਤੀ ਦੇ ਕਿੱਤੇ ਦੇ ਨਾਲ ਸੰਬੰਧ ਰੱਖਦੇ ਹੋਣ ਕਾਰਨ ਖੇਤ ਦੇ ਵਿੱਚ ਕਹਿੰਦੇ ਗੇੜਾ ਮਾਰਨ ਜਾਂਦੇ ਨੇ ਤੇ ਵੇਖਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਖੇਤ ਦੇ ਕੋਲ ਬੈਠੇ ਹੋਏ ਨੇ। ਫਿਰੈ ਕਿਤਾਰ ਮਦ ਪਸ਼ ਬ੍ਰਿੰਦਾ ਕੈਸੇ ਨ ਕਿਸੇ ਨ ਵਰਜੇ ਆਨੰਦ ਕੰਦਾ। ਤੇ ਕਹਿੰਦੇ ਜਿਹੜੇ ਫਸਲ ਸੀ ਉਸ ਫਸਲ ਦੇ ਵਿੱਚ ਬਹੁਤ ਸਾਰੇ ਪਸ਼ੂ ਜਿਹੜੇ ਨੇ ਉਹ ਫਿਰ ਰਹੇ ਨੇ, ਫਸਲ ਜਿਹੜੀ ਸੀ ਉਸ ਨੂੰ ਖਾ ਰਹੇ ਨੇ। ਕਿਸੇ ਨਾ ਵਰਜੈ ਆਨੰਦ ਕੰਦਾ। ਤੇ ਇਸੇ ਤਰ੍ਹਾਂ ਆਨੰਦ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਿਸੇ ਵੀ ਪਸ਼ੂ ਨੂੰ ਨਹੀਂ ਵਰਜਦੇ, ਕਿਸੇ ਵੀ ਪਸ਼ੂ ਨੂੰ ਰੋਕਦੇ ਨਹੀਂ। ਉਹ ਸਾਰੇ ਪਸ਼ੂ ਉਸ ਖੇਤ ਦੇ ਵਿੱਚ ਵੜ ਕੇ ਉਹ ਸਾਰੀ ਫਸਲ ਜਿਹੜੀ ਨੇ ਉਹ ਖਾ ਜਾਂਦੇ ਨੇ। ਅਸ ਬਿਦ ਦੇਖ ਕ੍ਰੋਧ ਪਾ ਕਾਲੂ ਮੁਖ ਬੋਲਤ ਦੁਰ ਬਚਨ ਵਿਸਾਲੂ। ਹੁਣ ਆਮ ਤੌਰ ਦੇ ਉੱਤੇ ਮਨੁੱਖ ਦਾ ਸੁਭਾਅ ਇਹੋ ਜਿਹਾ ਬਣ ਜਾਂਦਾ ਹੈ, ਜੇਕਰ ਮਨੁੱਖ ਦੇ ਸੁਭਾਅ ਦੇ ਵਿੱਚ ਚੰਗਿਆਈ ਪ੍ਰਾਪਤ ਕਰਨ ਦਾ ਸੁਭਾਅ ਬਣਿਆ, ਉਸਨੇ ਆਪਣਾ ਸੁਭਾਅ ਇਹੋ ਜਿਹਾ ਬਣਾਇਆ ਵੀ ਉਹ ਜਿੱਥੇ ਕਿਤੇ ਵੀ ਜਾਵੇਗਾ ਚੰਗਾ ਹੀ ਹਾਸਲ ਕਰੇਗਾ, ਤੇ ਉਹ ਫਿਰ ਉਸੇ ਤਰ੍ਹਾਂ ਦੇ ਨਾਲ ਇੱਕ ਬੁਰੇ ਇਨਸਾਨ ਦੇ ਵਿੱਚ ਵੀ ਚੰਗਿਆਈ ਲੱਭਣ ਦਾ ਯਤਨ ਕਰਦਾ ਹੈ। ਜੇਕਰ ਮਨੁੱਖ ਨੇ ਆਪਣਾ ਸੁਭਾਅ ਇਹੋ ਜਿਹਾ ਬਣਾ ਲਿਆ ਵੀ ਉਹ ਬੁਰਿਆਈ ਇਕੱਠੀ ਕਰੇਗਾ, ਲੋਕਾਂ ਦੀਆਂ ਜਿਹੜੀਆਂ ਵੀ ਕਮੀਆਂ ਨੇ ਉਹੀ ਇਕੱਠੀਆਂ ਕਰੇਗਾ, ਉਹੀ ਦੇਖੇਗਾ, ਫਿਰ ਉਸੇ ਤਰ੍ਹਾਂ ਚਾਹੇ ਜਿੰਨਾ ਮਰਜ਼ੀ ਚੰਗਾ ਇਨਸਾਨ ਹੋਵੇ, ਚਾਹੇ ਜਿੰਨਾ ਮਰਜ਼ੀ ਚੰਗਿਆਈ ਹੋਵੇ ਕਿਸੇ ਦੇ ਜੀਵਨ ਦੇ ਵਿੱਚ, ਉਹ ਫਿਰ ਵੀ ਉਹ ਮਨੁੱਖ ਆਪਣੇ ਸੁਭਾਅ ਦੇ ਮੁਤਾਬਕ ਉਸ ਚੰਗੇ ਇਨਸਾਨ ਦੇ ਵਿੱਚੋਂ ਵੀ ਇੱਕ ਨਾ ਇੱਕ ਕਮੀ ਲੱਭ ਹੀ ਲਵੇਗਾ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਮਹਿਤਾ ਕਾਲੂ ਜੀ, ਜਿਨ੍ਹਾਂ ਨੇ ਪਹਿਲਾਂ ਵੀ ਬਹੁਤ ਵਾਰ ਆਪਣੇ ਪੁੱਤਰ ਨੂੰ ਝਿੜਕਿਆ, ਪੁੱਤਰ ਨੂੰ ਡਾਂਟਿਆ ਸੀ, ਗੁੱਸੇ ਭਰੇ ਕਠਿਨ ਸ਼ਬਦ ਆਖੇ ਸਨ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਜਿੱਥੇ 2-3 ਦਿਨ ਪਹਿਲਾਂ ਬੜੀ ਖੁਸ਼ੀ ਮਨਾਉਂਦੇ ਨੇ, ਬਹੁਤ ਖੁਸ਼ੀ ਮਨ ਦੇ ਵਿੱਚ ਪ੍ਰਗਟ ਹੁੰਦੀ ਹੈ ਕਿ ਮੇਰਾ ਪੁੱਤਰ ਚੰਗਾ ਕਾਰਜ ਕਰਦਾ ਹੈ,
ਉਸੇ ਖੇਤ ਦੇ ਵਿੱਚ ਅੱਜ ਜਦੋਂ ਪਸ਼ੂ ਬੜੇ ਦੇਖੇ ਤੇ ਦੁਬਾਰਾ ਤੋਂ ਫਿਰ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਝਿੜਕਣਾ ਸ਼ੁਰੂ ਕਰ ਦਿੰਦੇ ਨੇ। ਅਸਵਿਦ ਦੇਖ ਕ੍ਰੋਧ ਪਾ ਕਾਲੂ, ਕਿ ਇਸ ਤਰੀਕੇ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਜਦੋਂ ਦੇਖਿਆ ਵੀ ਉਹ ਖੇਤ ਦੇ ਵਿੱਚ ਜਿਹੜੇ ਵੀ ਪਸ਼ੂ ਨੇ ਉਹਨਾਂ ਨੂੰ ਰੋਕ ਨਹੀਂ ਰਹੇ, ਇਹ ਸਾਰਾ ਕੁਝ ਦੇਖਣ ਤੋਂ ਬਾਅਦ ਕਾਲੂ ਜੀ ਬਹੁਤ ਗੁੱਸਾ ਹੁੰਦੇ ਨੇ। ਮੁਖ ਬੋਲਤ ਦੁਰਬਚਨ ਵਿਸਾਲੂ, ਤੇ ਆਪਣੇ ਮੁਖ ਤੋਂ ਦੁਰਬਚਨ ਬੋਲਦੇ ਨੇ, ਆਪਣੇ ਮੁਖ ਤੋਂ ਇਹੋ ਜਿਹੇ ਬਚਨ ਆਖਦੇ ਨੇ ਜਿਹੜੇ ਕਠੋਰ ਭਰੇ ਨੇ, ਗੁੱਸੇ ਭਰੇ ਬਚਨ ਆਖਦੇ ਨੇ। ਮੰਦ ਭਾਗ ਮੈਂ ਆਪਣਾ ਨਿਹਾਰਾ, ਤੂੰ ਸੁਤ ਜਨਮਿਓ ਸਦਨ ਉਜਾਰਾ। ਤੇ ਫਿਰ ਆਖਦੇ ਨੇ ਕਿ ਮੇਰੇ ਭਾਗ ਜਿਹੜੇ ਸੀ ਉਹ ਮੰਦੇ ਸੀ। ਮਹਿਤਾ ਕਾਲੂ ਜੀ ਆਪਣੇ ਪੁੱਤਰ ਦੇ ਇਸ ਕੰਮ ਨੂੰ ਦੇਖਦੇ ਆ ਨਾ, ਆਖਦੇ ਨੇ ਗੁੱਸੇ ਦੇ ਵਿੱਚ ਆਖਦੇ ਨੇ ਕਿ ਮੇਰੇ ਤਾਂ ਭਾਗ ਹੀ ਮਾੜੇ ਨੇ ਵੀ ਮੇਰੇ ਘਰ ਦੇ ਵਿੱਚ ਇਹੋ ਜਿਹਾ ਪੁੱਤਰ ਜੰਮ ਪਿਆ ਕਿ ਜਿਹੜਾ ਘਰ ਦਾ ਉਜਾੜਾ ਕਰਨ ਦੇ ਲਈ ਤਿਆਰ ਹੋਇਆ ਹੈ। ਆਰ ਬੁਲਾ ਲਗ ਮੈਂ ਤਬ ਚਾਲੀ, ਬਸਤ ਖੋਏ ਕੇ ਆਲਿਆ ਖਾਲੀ। ਆਰ ਬੁਲਾ ਲਗ ਭਾਵ ਜਦੋਂ ਤੁਸੀਂ ਉਮਰ ਦੇ ਵਿੱਚ ਛੋਟੇ ਸੀ। ਆਪਣੇ ਪੁੱਤਰ ਨੂੰ ਆਖਦੇ ਨੇ ਵੀ ਜਦੋਂ ਤੇਰੀ ਉਮਰ ਛੋਟੀ ਸੀ ਨਾ, ਤੂੰ ਉਸ ਸਮੇਂ ਵੀ ਇਸੇ ਤਰ੍ਹਾਂ ਘਰ ਦਾ ਨੁਕਸਾਨ ਕਰਦਾ ਸੀ, ਇਸੇ ਤਰ੍ਹਾਂ ਘਰ ਦਾ ਉਜਾੜਾ ਕਰਨ ਦੇ ਲਈ ਤੁਰਿਆ ਹੋਇਆ ਸੀ। ਤੇ ਘਰ ਦੇ ਵਿੱਚੋਂ ਕੋਈ ਵੀ ਚੀਜ਼ ਜਦੋਂ ਲੈ ਜਾਂਦੇ ਸੀ ਨਾ ਤਾਂ ਉਹ ਬਾਹਰ ਹੀ ਗਵਾ ਆਉਂਦੇ ਸੀ ਤੇ ਘਰ ਖਾਲੀ ਹੱਥ ਹੀ ਵਾਪਸ ਆ ਜਾਂਦੇ ਸੀ। ਇਸ ਤਰੀਕੇ ਦੇ ਨਾਲ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਹੁਣ ਝਿੜਕਦੇ ਨੇ। ਉਚਿਤ ਕਮਾਵਣ ਅਬ ਪੀ ਵੈਸਾ, ਕਰਨ ਕੋ ਕਾਜ ਲਗੇ ਪੁਨ ਐਸਾ। ਉਚਿਤ ਕਮਾਵਣ ਅਬ ਪੀ ਵੈਸਾ, ਵੀ ਕਹਿੰਦੇ ਜਿਹੜੀ ਤੇਰੀ ਉਮਰ ਹੈ ਨਾ, ਇਸ ਉਮਰ ਦੇ ਵਿੱਚ ਤਾਂ ਮਨੁੱਖ ਕਮਾਉਣਾ ਸ਼ੁਰੂ ਕਰ ਦਿੰਦਾ। ਇਸ ਉਮਰ ਦੇ ਵਿੱਚ ਤਾਂ ਜਿਹੜੇ ਆਪਣੇ ਬੱਚੇ ਨੇ ਨਾ, ਉਹ ਆਪਣੇ ਮਾਂ-ਬਾਪ ਵੱਲ ਦੇਖਦੇ ਆ, ਆਪਣੇ ਘਰ ਦੇ ਹਾਲਾਤਾਂ ਵੱਲ ਦੇਖਦੇ ਆ, ਕਮਾਈ ਕਰਨ ਲੱਗ ਪੈਂਦੇ ਨੇ। ਤੇਰੀ ਉਮਰ ਵੀ ਕਮਾਉਣ ਵਾਲੀ ਹੈ। ਕਰਨ ਕੋ ਕਾਜ ਲਗੇ ਪੁਨ ਐਸਾ, ਪਰ ਜਿਹੜੇ ਕਹਿੰਦੇ ਤੇਰੇ ਕੰਮ ਨੇ, ਤੇਰੇ ਜਿਹੜੇ ਕਾਜ ਨੇ ਉਹ ਭੈੜੇ ਹੋ ਗਏ ਨੇ। ਤੂੰ ਤਾਂ ਸਾਡੇ ਘਰ ਦਾ ਨੁਕਸਾਨ ਕਰਨ ਦੇ ਲਈ ਹੀ ਤੁਰਿਆ ਹੋਇਆ ਹੈ। ਮੁਝ ਪਛਾਤ ਖਾਹੇ ਕ੍ਰਿਤ ਕਰ ਕੋ, ਰਲੇ ਫਕੀਰ ਸੋ ਤਜ ਕਰ ਕੋ। ਤੇ ਫਿਰ ਮਹਿਤਾ ਕਾਲੂ ਜੀ ਹੁਣ ਇਹ ਵੀ ਆਖ ਦਿੰਦੇ ਨੇ ਗੁੱਸੇ ਦੇ ਵਿੱਚ ਵੀ ਜਦੋਂ ਮੈਂ ਇਸ ਸੰਸਾਰ ਦੇ ਉੱਤੇ ਨਹੀਂ ਰਿਹਾ, ਜਦੋਂ ਮੈਂ ਇਸ ਸੰਸਾਰ ਦੇ ਉੱਤੇ ਨਾ ਹੋਇਆ, ਤਾਂ ਫਿਰ ਕਿਸ ਤਰ੍ਹਾਂ ਘਰ ਦਾ ਗੁਜ਼ਾਰਾ ਚਲਾਵੋਗੇ, ਕਿਸ ਤਰ੍ਹਾਂ ਘਰ ਦੀ ਕਿਰਤਕਾਰ ਚੱਲੇਗੀ, ਕਿਸ ਤਰ੍ਹਾਂ ਘਰ ਦੀਆਂ ਲੋੜਾਂ ਪੂਰੀਆਂ ਹੋਣਗੀਆਂ। ਤੇ ਫਿਰ ਨਾਲ ਹੀ ਨਾਲ ਇਹ ਵੀ ਆਖ ਦਿੰਦੇ ਨੇ ਵੀ ਜਿਸ ਤਰ੍ਹਾਂ ਤੁਸੀਂ ਕਿਸੇ ਤਰ੍ਹਾਂ ਦੀ ਫਿਕਰ ਨਹੀਂ ਕਰਦੇ, ਕਿਤੇ ਘਰ-ਬਾਰ ਛੱਡ ਕੇ ਫਕੀਰੀ ਤਾਂ ਨਹੀਂ ਧਾਰਨ ਕਰ ਲੋਗੇ। ਇਹ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਆਖਦੇ ਨੇ। ਹੇਰ ਹੇਰ ਕਹਿ ਬਾਗ ਕਠੋਰਾ, ਲੱਖ ਕੁਚਾਲ ਕੋ ਰੂਸ ਨਾ ਥੋਰਾ। ਤੇ ਜਦੋਂ ਹੁਣ ਮਹਿਤਾ ਕਾਲੂ ਜੀ ਸਾਰਾ ਕੁਝ ਗੁੱਸੇ ਦੇ ਵਿੱਚ ਆਖਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੱਲ ਦੇਖਦੇ ਹੋਏ ਮਨ ਦੇ ਵਿੱਚ ਅਨੁਮਾਨ ਵੀ ਲਗਾਉਂਦੇ ਨੇ ਤੇ ਮੈਂ ਇੰਨਾ ਕੁਝ ਬੋਲੀ ਜਾਂਦਾ, ਪਰ ਇਸ ਨੂੰ ਕੋਈ ਫਰਕ ਨਹੀਂ ਪੈ ਰਿਹਾ, ਇਸ ਦੇ ਵਿੱਚ ਰਤਾ ਵੀ ਤਬਦੀਲੀ ਨਹੀਂ ਆ ਰਹੀ। ਮੈਂ ਕਿੰਨੀ ਵਾਰ ਇਹਨੂੰ ਸਮਝਾ ਕੇ ਦੇਖ ਲਿਆ, ਗਾਵਾਂ ਮੱਝਾਂ ਚਰਾਉਣ ਵਾਸਤੇ ਵੀ ਭੇਜਿਆ ਸੀ, ਪਰ ਫਿਰ ਉੱਥੋਂ ਵੀ ਉਲਾਂਭਾ ਪ੍ਰਾਪਤ ਕੀਤਾ। ਹੁਣ ਖੇਤ ਦੇ ਵਿੱਚ ਫਸਲ ਬੀਜਣ ਦੇ ਵਾਸਤੇ ਭੇਜਿਆ ਤਾਂ ਖੇਤ ਦਾ ਵੀ ਉਜਾੜਾ ਕਰਕੇ ਰੱਖ ਦਿੱਤਾ, ਪਰ ਇਸ ਦੇ ਜੀਵਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ, ਕਿਸੇ ਵੀ ਗੱਲ ਦਾ ਜਿਹੜਾ ਹੈ ਉਹ ਅਸਰ ਨਹੀਂ ਹੋ ਰਿਹਾ। ਤੁਧ ਜਨਮੇ ਤੇ ਕੋ ਗੁਣ ਮੋਹੀ, ਜਾਂ ਤੇ ਭਲੋ ਰਹਿਤ ਮੈਂ ਜੋਹੀ। ਤੇ ਹੁਣ ਗੁੱਸੇ ਵਿੱਚ ਇੱਥੋਂ ਤੱਕ ਆਖਦੇ ਨੇ ਵੀ ਤੇਰੇ ਜੰਮਣ ਦੇ ਨਾਲ ਮੈਨੂੰ ਕੋਈ ਫਾਇਦਾ ਵੀ ਹੋਇਆ ਹੈ ਹੁਣ ਤੱਕ ਤਾਂ ਤੁਸੀਂ ਮੇਰਾ ਨੁਕਸਾਨ ਹੀ ਕੀਤਾ। ਕਹਿੰਦੇ ਇੱਥੋਂ ਚੰਗਾ ਸੀ ਕਿ ਮੇਰੇ ਘਰ ਦੇ ਵਿੱਚ ਤੁਹਾਡਾ ਜਨਮ ਨਾ ਹੀ ਹੁੰਦਾ, ਮੇਰੇ ਘਰ ਦੇ ਵਿੱਚ ਨਾ ਹੀ ਆਉਂਦੇ, ਤੇ ਮੈਂ ਇਵੇਂ ਹੀ ਰਹਿੰਦਾ ਤਾਂ ਮੇਰਾ ਘੱਟੋ ਘੱਟ ਜੋ ਕੁਝ ਮੈਂ ਜੋੜਿਆ ਸੀ ਉਹ ਨੁਕਸਾਨ ਹੋਣ ਤੋਂ ਤਾਂ ਬਚ ਜਾਂਦਾ। ਇੱਕ ਸਪੂਤ ਬੋ ਦਰਬ ਕਮਾਵੇ, ਤੂੰ ਅਸਭਾ ਜੋ ਬਾਦ ਗਵਾਵੇ। ਤੇ ਕਹਿੰਦੇ ਇੱਕ ਮਾਂ-ਬਾਪ ਦੇ ਇਹੋ ਜਿਹੇ ਪੁੱਤਰ ਵੀ ਹੁੰਦੇ ਨੇ ਜਿਹੜੇ ਧਨ ਕਮਾਉਂਦੇ ਨੇ, ਮਾਂ-ਬਾਪ ਦੇ ਕੰਮ ਕਾਜ ਦੇ ਵਿੱਚ ਹੱਥ ਵਟਾਉਂਦੇ ਨੇ, ਪਰ ਕਹਿੰਦੇ ਤੂੰ ਅਸਭਾ ਜੋ ਬਾਦ ਗਵਾਵੇ। ਤੂੰ ਕਹਿੰਦੇ ਐਸਾ ਹੈ, ਤੂੰ ਵਿਅਰਥ ਦੇ ਵਿੱਚ ਸਾਡਾ ਨੁਕਸਾਨ ਕਰ ਰਿਹਾ, ਸਾਨੂੰ ਕਮਾ ਕੇ ਤਾਂ ਕੀ ਦੇਣਾ, ਸਗੋਂ ਸਾਡਾ ਜੋ ਕੁਝ ਕਮਾਇਆ ਸੀ, ਜੋ ਕੁਝ ਅਸੀਂ ਜੋੜਿਆ ਹੈ ਉਹ ਵੀ ਗਵਾ ਰਿਹਾ ਹੈ। ਜਾਏ ਨਗਰ ਪੁਨ ਤਿਜ ਬਰ ਸਦਨਾ, ਉਪਾਲੰਬ ਕਹਿ ਬਚ ਬਦਨਾ। ਫਿਰ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ
ਗੁੱਸੇ ਦੇ ਵਿੱਚ ਜਿੱਥੇ ਆਪਣੇ ਪੁੱਤਰ ਨੂੰ ਝਿੜਕਦੇ ਨੇ ਤੇ ਨਾਲ ਹੀ ਨਾਲ ਫਿਰ ਉਸ ਸਥਾਨ ਤੋਂ ਆਪਣੇ ਨਗਰ ਦੇ ਵਿੱਚ ਜਾਂਦੇ ਨੇ ਜਿੱਥੇ ਉਹ ਪੰਡਿਤ ਹਰਦਿਆਲ ਜੀ ਰਹਿੰਦੇ ਨੇ, ਕਿਉਂਕਿ ਪੰਡਿਤ ਹਰਦਿਆਲ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਆਪਣੀ ਜੋਤਿਸ਼ ਵਿਦਿਆ ਦੇ ਅਨੁਸਾਰ ਉਹਨਾਂ ਦੇ ਚੰਗੇ ਗੁਣਾਂ ਦਾ ਜਿਹੜੀ ਸੀ ਉਹਨਾਂ ਦੀ ਵਡਿਆਈ ਕੀਤੀ ਸੀ। ਪੰਡਿਤ ਹਰਦਿਆਲ ਦਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਪਹਿਲੀ ਪੈ ਗਿਆ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਉਹ ਜਨੇਊ ਪਾਉਣ ਦੀ ਜੋ ਰਸਮ ਅਦਾ ਹੁੰਦੀ ਹੈ ਨਾ, ਉਸ ਸਮੇਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ ਬਚਨ ਪ੍ਰਾਪਤ ਕਰਕੇ ਮਹਿਤਾ ਕਾਲੂ ਜੀ ਦੇ ਜਿਹੜੇ ਪੰਡਿਤ ਦੇ ਕੋਲ ਜਾਂਦੇ ਨੇ, ਉਹ ਪੰਡਿਤ ਹਰਦਿਆਲ ਆਪਣੇ ਜੀਵਨ ਦੇ ਵਿੱਚ ਨਿਹਾਲ ਹੋਇਆ ਹੈ। ਉਹਨੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਆਪਣੇ ਜੀਵਨ ਦੇ ਅੰਦਰ ਧਾਰਨ ਕੀਤੇ ਨੇ, ਸਿੱਖਿਆ ਧਾਰਨ ਕੀਤੀ ਹੈ। ਤੇ ਉਸੇ ਪ੍ਰਸੰਗ ਦੇ ਵਿੱਚ ਅਸੀਂ ਸਰਵਣ ਕੀਤਾ ਸੀ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਵਾਅਦਾ ਕਰਕੇ ਜਾਂਦਾ ਵੀ ਅੱਜ ਤੋਂ ਮੈਂ ਪਰਮਾਤਮਾ ਦੀ ਭਗਤੀ ਕਰਾਂਗਾ, ਮੈਂ ਵੀ ਪਰਮਾਤਮਾ ਦਾ ਸਿਮਰਨ ਕਰਾਂਗਾ, ਮੈਂ ਵੀ ਪਰਮਾਤਮਾ ਦੀ ਬੰਦਗੀ ਕਰਾਂਗਾ। ਤੇ ਹੁਣ ਮਹਿਤਾ ਕਾਲੂ ਜੀ ਪੰਡਿਤ ਹਰਦਿਆਲ ਦੇ ਕੋਲ ਜਾਂਦੇ ਨੇ ਤੇ ਉਸ ਨੂੰ ਜਾ ਕੇ ਉਲਾਂਭਾ ਦਿੰਦੇ ਨੇ, ਜੋ ਕੁਝ ਵੀ ਤੂੰ ਗੁਣਾਂ ਦਾ ਵਿਖਿਆਨ ਕੀਤਾ ਸੀ, ਜੋ ਕੁਝ ਵੀ ਵਡਿਆਈ ਕੀਤੀ ਸੀ, ਉਹ ਸਾਰੇ ਝੂਠੇ ਬਚਨ ਸਨ। वेद पुराण सबे तुम झूठे, सुदे कहो होत है पूठे। ते कहते ਜਿਹੜੇ ਤੁਹਾਡੇ ਸਾਰੇ ਵੇਦ ਪੁਰਾਣ ਨੇ ਨਾ, ਇਸ ਦੇ ਅਨੁਸਾਰ ਤਾਂ ਫਿਰ ਉਹ ਸਾਰਾ ਕੁਝ ਝੂਠ ਹੀ ਬੋਲਦੇ ਨੇ, ਕਿਉਂਕਿ ਤੁਸੀਂ ਆਪਣੀ ਵੇਦਾਂ ਦੇ ਅਨੁਸਾਰ, ਆਪਣੇ ਪੁਰਾਣਾਂ ਦੇ ਅਨੁਸਾਰ, ਆਪਣੀ ਜੋਤਿਸ਼ ਵਿਦਿਆ ਦੇ ਅਨੁਸਾਰ ਮੈਨੂੰ ਇਹੀ ਸਮਝਾਇਆ ਸੀ ਵੀ ਇਸ ਦੇ ਸੀਸ ਦੇ ਉੱਤੇ ਛਤਰ ਝੁੱਲਣਗੇ, ਇਹ ਵਡਿਆਈ ਪ੍ਰਾਪਤ ਕਰੇਗਾ, ਜੁਗਾਂ ਜੁਗਾਂ ਦੇ ਵਿੱਚ ਤੁਹਾਡੇ ਪੁੱਤਰ ਦੀ ਜੈ ਜੈਕਾਰ ਹੋਵੇਗੀ। ਪਰ ਹਜੇ ਤੱਕ ਇਸ ਨੇ ਕਿਸੇ ਵੀ ਤਰੀਕੇ ਦਾ ਚੰਗਾ ਕਾਰਜ ਨਹੀਂ ਕੀਤਾ ਜਿਸ ਦੇ ਨਾਲ ਮੈਨੂੰ ਕੋਈ ਸੁੱਖ ਪ੍ਰਾਪਤ ਹੋਵੇ। ਤੇ ਮਹਿਤਾ ਕਾਲੂ ਜੀ ਆਖਦੇ ਨੇ ਵੀ ਤੁਹਾਡੇ ਵੇਦ ਝੂਠੇ ਨੇ, ਝੂਠੇ ਬਚਨ ਆਖਦੇ ਨੇ, ਜੋ ਕੁਝ ਵੀ ਤੁਸੀਂ ਆਖਿਆ ਸੀ ਉਹ ਸਾਰੇ ਦਾ ਸਾਰਾ ਕਹਿੰਦੇ ਪੁੱਠਾ ਹੋ ਗਿਆ ਹੈ। ਕਿਦੋਂ ਨਾ ਤੁਮ ਤੇ ਜਾਤ ਵਿਚਾਰੇ, ਕਿਦੋਂ ਹਰਖ ਹਿਤ ਪਾਜੋ ਚਾਰੇ। ਤੇ ਕਹਿੰਦੇ ਦੋ ਕਾਰਨ ਹੋ ਸਕਦੇ ਨੇ। ਮਹਿਤਾ ਕਾਲੂ ਜੀ ਪੰਡਿਤ ਹਰਦਿਆਲ ਨੂੰ ਕਹਿੰਦੇ ਨੇ, ਕਹਿੰਦੇ ਜਾਂ ਤਾਂ ਤੁਹਾਨੂੰ ਇਹ ਪੜ੍ਹਨਾ ਹੀ ਨਹੀਂ ਆਉਂਦੇ ਤੇ ਜਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਵਿਚਾਰ ਨਹੀਂ ਸਕਦੇ, ਜੋ ਕੁਝ ਵਿਚਾਰਿਆ ਹੈ ਤੁਸੀਂ ਝੂਠ ਬੋਲਦੇ ਹੋ। ਤੁਸੀਂ ਅਗਲੇ ਨੂੰ, ਅਗਲੇਰੇ ਬੰਦਾ ਜਿਹੜਾ ਤੁਹਾਡੇ ਕੋਲ ਆਉਂਦਾ ਹੈ ਨਾ, ਉਹਨੂੰ ਖੁਸ਼ ਕਰਨ ਦੇ ਲਈ ਆਖੀ ਜਾਂਦੇ ਹੋ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਖੁਸ਼ ਹੋ ਜਾਵੇ। ਕਹਿੰਦੇ ਜਾਂ ਤਾਂ ਤੁਹਾਨੂੰ ਇਹਦਾ ਇਲਮ ਨਹੀਂ ਹੈ, ਤੁਹਾਨੂੰ ਗਿਆਨ ਨਹੀਂ ਹੈ, ਤੇ ਜਾਂ ਸਾਰਾ ਕੁਝ ਤੁਸੀਂ ਝੂਠ ਬੋਲ ਕੇ ਸਾਨੂੰ ਆਖ ਦਿੰਦੇ ਹੋ। ਭਲੀ ਛਤਰ ਕੀ ਦੀਨ ਵਡਾਈ, ਪੂਰਵ ਐਸ਼ਵਰਯ ਜਾਸ ਘਟਾਈ। ਤੇ ਕਹਿੰਦੇ ਤੁਸੀਂ ਮੇਰੇ ਪੁੱਤਰ ਦੀ ਵਡਿਆਈ ਕੀਤੀ ਸੀ ਤੇ ਇਸ ਦੇ ਸੀਸ ਦੇ ਉੱਤੇ ਛਤਰ ਝੁੱਲਣਗੇ। ਤੇ ਪਰ ਉਹ ਤਾਂ ਕਹਿੰਦੇ ਪਿਛਲਾ ਧਨ ਜਿਹੜਾ ਸੀ ਸਾਡਾ, ਉਸ ਦਾ ਵੀ ਨੁਕਸਾਨ ਕਰਨ ਲੱਗਾ। ਇਸ ਦੀ ਵਡਿਆਈ ਤਾਂ ਕੀ ਹੋਣੀ ਸੀ, ਸਗੋਂ ਅੱਜ ਤੱਕ ਤਾਂ ਮੈਨੂੰ ਇਸ ਦੇ ਉਲਾਂਭੇ ਹੀ ਆਏ ਨੇ। ਆਪ ਬੀਜਿਓ ਸਭ ਖੇਤ ਨਿਪਾਤੂ, ਪਸ਼ੂ ਚਰਾਵੇ ਨਾ ਕੀਨੀ ਤਰਾਤੂ। ਤੇ ਕਹਿੰਦੇ ਮੈਂ ਇਸ ਨੂੰ ਖੇਤੀ ਕਰਨ ਵਾਸਤੇ ਭੇਜਿਆ ਸੀ। ਮੈਂ ਕਿਹਾ ਵੀ ਚਲੋ ਕਿਸੇ ਚੰਗੇ ਕਾਰ ਲੱਗ ਜਾਵੇਗਾ, ਥੋੜਾ ਬਹੁਤ ਇਸ ਨੂੰ ਵੀ ਖੇਤੀ ਦਾ ਗਿਆਨ ਹੋ ਜਾਵੇਗਾ। ਜਦੋਂ ਖੇਤ ਬੀਜਿਆ ਗਿਆ, ਚੰਗੀ ਫਸਲ ਵੀ ਹਰੀ ਭਰੀ ਹੋ ਗਈ ਸੀ। ਹਰੀ ਭਰੀ ਫਸਲ ਇਹਨਾਂ ਨੇ ਸਾਰੀ ਤਬਾਹ ਕਰ ਦਿੱਤੀ। ਉਸ ਖੇਤ ਦੇ ਵਿੱਚ ਜਿਹੜੇ ਸੀ ਸਾਰੀ ਫਸਲ ਉਹ ਪਸ਼ੂਆਂ ਨੂੰ ਚਰਾ ਦਿੱਤੀ, ਕਿਸੇ ਨੂੰ ਵੀ ਰੋਕਿਆ ਨਹੀਂ। ਉਹ ਖੇਤ ਦੀ ਰਾਖੀ ਕਰਨ ਵਾਸਤੇ ਬੈਠੇ ਸਨ। ਸਗੋਂ ਸਾਡਾ ਜਿਹੜਾ ਧਨ ਸੀ, ਜਿਹੜਾ ਮੈਂ ਬੀਜ ਭੇਜਿਆ ਸੀ ਨਾ 1.25 ਮਣ, ਉਹ ਬੀਜ ਵੀ ਨਸ਼ਟ ਗਿਆ। ਹੁਣ ਤਾਂ ਉਸ ਖੇਤ ਦੇ ਵਿੱਚ ਜਿਹੜੀ ਫਸਲ ਸੀ ਉਹ ਦੁਬਾਰਾ ਨਹੀਂ ਉੱਗ ਸਕਦੀ। ਤੇ ਮਹਿਤਾ ਕਾਲੂ ਜੀ ਪੰਡਿਤ ਹਰਦਿਆਲ ਨੂੰ ਦੱਸਦੇ ਨੇ ਵੀ ਤੇਰੇ ਜਿਹੜੀ ਵਿਦਿਆ ਸੀ ਉਹ ਸਾਰੀ ਦੀ ਸਾਰੀ ਝੂਠੀ ਪੈ ਗਈ ਹੈ। ਜਬ ਕੋ ਜਨਮਿਓ ਇਨ ਸੁਧ ਲੀਨੀ, ਧਨ ਖੱਟਣ ਕੀ ਕ੍ਰਿਤ ਨਾ ਕੀਨੀ। ਤੇ ਕਹਿੰਦੇ ਜਦੋਂ ਤੋਂ ਇਹ ਜੰਮਿਆ ਹੈ, ਜਦੋਂ ਤੋਂ ਹੋਸ਼ ਸੰਭਾਲੀ ਹੈ, ਇਹੋ ਜਿਹਾ ਕੋਈ ਕਾਰਜ ਨਹੀਂ ਕੀਤਾ ਵੀ ਜਿਸ ਦੇ ਨਾਲ ਸਾਨੂੰ ਧਨ ਦੀ ਪ੍ਰਾਪਤੀ ਹੋ ਜਾਵੇ। ਧਨ ਕਮਾਉਣ ਦੇ ਵਾਸਤੇ ਕੋਈ ਵੀ ਕਿਰਤ ਨਹੀਂ ਕੀਤੀ। ਤੇ ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਨੇ ਵੀ ਧਨ ਕਮਾਉਣ ਤੋਂ ਮੁਨਕਰ ਨੇ, ਇਹ ਨੇ ਵੀ ਉਹ ਆਪਣੇ ਪਿਤਾ ਨੂੰ ਗਲਤ ਠਹਿਰਾ ਰਹੇ ਨੇ। ਜੇਕਰ ਇਹੋ ਜਿਹੀ ਵਿਚਾਰਧਾਰਾ ਹੁੰਦੀ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਮੋਦੀਖਾਨੇ ਦੇ ਵਿੱਚ ਨੌਕਰੀ ਨਾ ਕਰਦੇ, ਆਪ ਫਸਲ ਨਾ ਬੀਜਦੇ। ਅਸੀਂ ਦੇਖਦੇ ਹਾਂ ਕਿ ਅਖੀਰਲੇ ਸਮੇਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕਰਤਾਰਪੁਰ ਦੀ ਧਰਤੀ ਦੇ ਉੱਤੇ ਜਾ ਕੇ ਆਪ ਵੀ ਆਪਣੇ ਹੱਥਾਂ ਦੇ ਨਾਲ ਹਲ ਵਾਇਆ ਹੈ,
ਖੇਤ ਦੇ ਵਿੱਚ ਫਸਲਾਂ ਬੀਜੀਆਂ ਨੇ, ਖੇਤੀ ਕੀਤੀ ਹੈ ਚੰਗਾ ਸਮਾਂ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇੱਥੇ ਇਹ ਸਮਝਾਉਣਾ ਕਰਦੇ ਨੇ, ਇਹ ਪੱਖ ਰੱਖਣਾ ਚਾਹੁੰਦੇ ਨੇ ਵੀ ਕੱਲਾ ਜੀਵਨ ਦੇ ਵਿੱਚ ਧਨ ਇਕੱਠਾ ਕਰਨਾ ਜ਼ਰੂਰੀ ਨਹੀਂ ਹੁੰਦਾ, ਕੱਲਾ ਪੈਸੇ ਮਾਇਆ ਇਕੱਠੀ ਕਰਨੀ ਜ਼ਰੂਰੀ ਨਹੀਂ ਹੁੰਦੀ। ਬੰਦੇ ਦਾ ਕਿਰਦਾਰ ਵੀ ਚੰਗਾ ਹੋਣਾ ਚਾਹੀਦਾ, ਬੰਦੇ ਦੇ ਜੀਵਨ ਦੇ ਵਿੱਚ ਸਬਰ ਸੰਤੋਖ ਹੋਣਾ ਚਾਹੀਦਾ ਹੈ। ਸਬਰ ਸੰਤੋਖ ਦੇ ਨਾਲ, ਮਿਹਨਤ ਇਮਾਨਦਾਰੀ ਦੇ ਨਾਲ ਜੋ ਕੁਝ ਵੀ ਤੁਹਾਨੂੰ ਮਿਲਦਾ ਹੈ ਨਾ, ਉਸ ਦੇ ਵਿੱਚ ਸੰਤੁਸ਼ਟੀ ਹੋਣੀ ਚਾਹੀਦੀ ਹੈ। ਅੱਜ ਦੇ ਸਮੇਂ ਦੇ ਵਿੱਚ ਵੀ ਅਸੀਂ ਜੇਕਰ ਗੱਲ ਕਰ ਲਈਏ ਨਾ, ਤਾਂ ਪੁਰਾਣੇ ਸਮਿਆਂ ਦੀ ਜੇਕਰ ਗੱਲ ਕਰੀਏ ਅੱਜ ਤੋਂ ਕੁਝ ਕੁ ਸਾਲ ਪਹਿਲਾਂ, ਤਾਂ ਜਦੋਂ ਖੇਤ ਦੇ ਵਿੱਚ ਫਸਲ ਬੀਜੀ ਜਾਂਦੀ ਸੀ, ਆਮ ਤੌਰ ਦੇ ਉੱਤੇ ਕਿਸਾਨ ਕੀ ਕਰਦਾ ਸੀ, ਇੱਕ ਸਾਲ ਦੇ ਵਿੱਚ ਇੱਕ ਫਸਲ ਬੀਜੀ ਜਾਂਦੀ ਸੀ ਤੇ ਨਾਲ ਹੀ ਨਾਲ ਕੋਈ ਨਾ ਕੋਈ ਛੋਟੀ ਮੋਟੀ ਦਾਲ ਬੀਜ ਦੇਣੀ, ਕਿਉਂਕਿ ਉਸ ਦੇ ਨਾਲ ਉਹ ਦਾਲਾਂ ਜਿਹੜੀਆਂ ਸੀ ਉਹ ਪਾਣੀ ਘੱਟ ਪੀਂਦੀਆਂ ਸਨ ਤੇ ਇਸ ਦੇ ਨਾਲ ਖੇਤ ਦੀ ਜਿਹੜੀ ਪਕੜ ਸੀ, ਜ਼ਮੀਨ ਦੀ ਜਿਹੜੀ ਪਕੜ ਸੀ ਉਹ ਵੀ ਬਣੀ ਰਹਿੰਦੀ ਸੀ ਤੇ ਜਿਹੜੇ ਜ਼ਮੀਨ ਦੇ ਵਿੱਚ ਕੁਝ ਤੱਤ ਹੁੰਦੇ ਸਨ ਜਿਨ੍ਹਾਂ ਦੇ ਨਾਲ ਫਸਲ ਨੇ ਆਪ ਹੀ ਵਧਣਾ ਹੋਣਾ ਸੀ ਤੇ ਉਹ ਤੱਤ ਵੀ ਜਿਹੜੇ ਸੀ ਉਹ ਜਿਉਂਦੇ ਰਹਿ ਜਾਂਦੇ ਸੀ। ਪਰ ਅੱਜ ਅਸੀਂ ਪੈਸੇ ਦੀ ਦੌੜ ਦੇ ਮਗਰ ਪੈ ਕੇ, ਪੈਸੇ ਦੀ ਪ੍ਰਾਪਤੀ ਦੀ ਖਾਤਰ ਜਿੱਥੇ ਅਸੀਂ ਆਪਣਾ ਗਲਾ ਆਪ ਘੁੱਟ ਰਹੇ ਹਾਂ। ਕਿਉਂਕਿ ਜਿਹੜੀ ਫਸਲ ਨੇ ਆਪ ਮੁਹਾਰੇ ਪੈਦਾ ਹੋਣਾ ਸੀ, ਉਸ ਫਸਲ ਨੂੰ ਅਸੀਂ ਸਮੇਂ ਤੋਂ ਪਹਿਲਾਂ ਪਕਾਉਣ ਦੇ ਲਈ ਅਨੇਕਾਂ ਤਰ੍ਹਾਂ ਦੀਆਂ ਦਵਾਈਆਂ ਦਾ ਛਿੜਕਾਅ ਕਰ ਰਹੇ ਹਾਂ, ਅਨੇਕਾਂ ਤਰ੍ਹਾਂ ਦੀਆਂ ਸਪਰੇਹਾਂ ਕਰ ਰਹੇ ਹਾਂ ਤੇ ਉਹ ਸਪਰੇਹਾਂ, ਉਹ ਦਵਾਈਆਂ ਕਿਤੇ ਨਾ ਕਿਤੇ ਸਿੱਧੇ ਨਾ ਅਸਿੱਧੇ ਰੂਪ ਦੇ ਵਿੱਚ ਸਾਡੇ ਅੰਦਰ ਹੀ ਆਉਂਦੀਆਂ ਨੇ, ਜਿਸ ਦੇ ਨਾਲ ਸਾਡੀਆਂ ਉਮਰਾਂ ਵੀ ਘਟ ਗਈਆਂ ਤੇ ਅਸੀਂ ਸਮੇਂ ਤੋਂ ਪਹਿਲਾਂ ਹੀ ਬੁੱਢੇ ਹੋ ਰਹੇ ਹਾਂ। ਇਹ ਕਿਤੇ ਨਾ ਕਿਤੇ ਸਾਡੇ ਜੀਵਨ ਦੇ ਵਿੱਚ ਇਹ ਤਬਦੀਲੀਆਂ, ਧਨ ਦੀ ਪ੍ਰਾਪਤੀ ਦੇ ਲਈ ਦੌੜ ਪਈ ਹੋਈ ਹੈ, ਪੈਸਾ ਇਕੱਠਾ ਕਰਨ ਦੇ ਲਈ, ਤੇ ਅਸੀਂ ਉਸ ਦੇ ਨਾਲ ਆਪਣੀਆਂ ਆਉਣ ਵਾਲੀਆਂ ਨਸਲਾਂ ਦਾ ਵੀ ਘਾਣ ਕਰ ਰਹੇ ਹਾਂ ਆਪਣੇ ਆਪ। ਜਿੱਥੇ ਅਸੀਂ ਜ਼ਮੀਨ ਨੂੰ ਖੋਖਲਾ ਕਰ ਰਹੇ ਹਾਂ, ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਘਟਾ ਰਹੇ ਹਾਂ, ਉੱਥੇ ਅਸੀਂ ਸਮੇਂ ਦੇ ਨਾਲ ਨਾਲ ਇੱਕ ਸਾਲ ਦੇ ਵਿੱਚ 3-3 4-4 ਫਸਲਾਂ ਵੀ ਬੀਜਣ ਦੇ ਮਗਰ ਪਏ ਹੋਏ ਹਾਂ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇੱਥੇ ਆਖਦੇ ਨੇ ਵੀ ਸੱਚਮੁੱਚ ਜੇਕਰ ਤੁਸੀਂ ਰੱਬ ਦੇ ਬੰਦੇ ਹੋ ਨਾ, ਤਾਂ ਕੁਦਰਤ ਦੇ ਨਾਲ ਸਭ ਤੋਂ ਪਹਿਲਾਂ ਪਿਆਰ ਕਰਨਾ ਸਿੱਖੋ। ਜੇਕਰ ਕੁਦਰਤ ਦਾ ਕੁਝ ਸਵਾਰ ਨਹੀਂ ਸਕਦੇ ਤਾਂ ਇੰਨਾ ਚੇਤੇ ਰੱਖਿਓ ਵੀ ਕੁਦਰਤ ਦਾ ਘਾਣ ਨਾ ਕਰਿਓ, ਕੁਦਰਤ ਦਾ ਨਾਸ਼ ਨਾ ਕਰਿਓ, ਕਿਉਂਕਿ ਇਹ ਸਾਡਾ ਆਮ ਤੌਰ ਦੇ ਉੱਤੇ ਯੋਗਦਾਨ ਇਹੀ ਆ ਵੀ ਅਸੀਂ ਜੇਕਰ ਸਵਾਰਨਾ ਨਹੀਂ ਨਾ, ਤਾਂ ਜਿਹੜੀ ਬਣੀ ਹੋਈ ਚੀਜ਼ ਹੈ ਉਸ ਨੂੰ ਵਿਗਾੜੀਏ ਨਾ। ਕਾਰਜ ਤਾਂ ਇਹ ਹੋਣੇ ਚਾਹੀਦੇ ਵੀ ਅਸੀਂ ਵੀ ਸਵਾਰਨ ਦੇ ਵਿੱਚ ਯੋਗਦਾਨ ਪਾਈਏ। ਆਪਣੀ ਜ਼ਿੰਦਗੀ ਦੇ ਵਿੱਚ ਇੱਕ ਕਾਰਜ ਜ਼ਰੂਰ ਕਰਿਓ। ਇੱਕ ਜੀਵਨ ਦੇ ਵਿੱਚ ਜੇਕਰ ਅਸੀਂ ਇਸ ਧਰਤੀ ਦੇ ਉੱਤੇ ਆ ਕੇ ਫ੍ਰੀ ਦੀ ਆਕਸੀਜਨ ਲੈ ਰਹੇ ਹਾਂ ਨਾ, ਤਾਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਾ ਇੱਕ ਰੁੱਖ ਜ਼ਰੂਰ ਪਾਲਿਓ ਤਾਂ ਕਰਕੇ ਕਿਉਂਕਿ ਅਸੀਂ ਰੁੱਖ ਲਗਾ ਤਾਂ ਦਿੰਦੇ ਹਾਂ, ਪਰ ਲਗਾ ਕੇ ਅਸੀਂ ਭੁੱਲ ਜਾਂਦੇ ਹਾਂ, ਉਸ ਦੀ ਸਾਂਭ ਸੰਭਾਲ ਨਹੀਂ ਕਰਦੇ। ਹੁਣ ਆ ਪਿਛਲੇ ਸਮੇਂ ਦੇ ਵਿੱਚ ਕਿੰਨੇ ਆਕਸੀਜਨ ਦੇ ਸਿਲੰਡਰ ਕਿੰਨੇ ਮਹਿੰਗੇ ਵਿਕੇ ਨੇ, ਪਰ ਜੇਕਰ ਇਹੀ ਕੁਦਰਤ ਆਪ ਮੁੱਲ ਲੈਣ ਲੱਗ ਜਾਵੇ ਤਾਂ ਅਸੀਂ ਕੰਗਾਲ ਹੋ ਜਾਵਾਂਗੇ। ਅਸੀਂ ਸ਼ੁਕਰਾਨਾ ਨਹੀਂ ਕਰਦੇ। ਕੁਦਰਤੀ ਰੂਪ ਦੇ ਵਿੱਚ ਜੋ ਕੁਝ ਸਾਨੂੰ ਪ੍ਰਾਪਤ ਮਿਲਿਆ ਨਾ, ਅਸੀਂ ਉਸ ਦੀ ਸੰਭਾਲ ਨਹੀਂ ਕਰਦੇ, ਜਿਸ ਦਾ ਨਤੀਜਾ ਅਸੀਂ ਪਿਛਲੇ ਸਮੇਂ ਦੇ ਵਿੱਚ ਭੁਗਤੇ ਆਉਂਦੇ ਆਪਣੀ ਅੱਖੀਂ ਦੇਖਿਆ ਤੇ ਆਪਣੇ ਪਿੰਡੇ ਦੇ ਉੱਤੇ ਹੰਢਾਇਆ ਹੈ। ਯਤਨ ਕਰਿਓ ਤੇ ਆਪਣੇ ਜੀਵਨ ਦੇ ਵਿੱਚ ਕੁਦਰਤ ਦੀ, ਵਾਤਾਵਰਣ ਦੀ ਸਾਂਭ ਸੰਭਾਲ ਜ਼ਰੂਰ ਕਰਿਓ। ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੀ ਕਿਰਤ ਕਰਨ ਤੋਂ ਮੁਨਕਰ ਨਹੀਂ, ਖੇਤੀ ਕਰਨ ਤੋਂ ਮੁਨਕਰ ਨਹੀਂ, ਉਹ ਆਪਣੇ ਪਿਤਾ ਜੀ ਨੂੰ ਇਹ ਵੀ ਸਮਝਾਉਣਾ ਚਾਹੁੰਦੇ ਨੇ ਵੀ ਪਿਤਾ ਜੀ ਕੁਦਰਤੀ ਤੌਰ ਦੇ ਉੱਤੇ ਸਬਰ ਸੰਤੋਖ ਦੇ ਨਾਲ, ਮਿਹਨਤ ਦੇ ਨਾਲ ਜੋ ਕੁਝ ਅਸੀਂ ਕਾਰ ਕਰਾਂਗੇ, ਜੋ ਕੁਝ ਅਸੀਂ ਕਰਮਾਂ ਦਾ ਖੱਟਿਆ ਖਾਵਾਂਗੇ, ਉਸ ਦੇ ਨਾਲ ਸਾਡੇ ਜੀਵਨ ਦੇ ਵਿੱਚ ਵੀ ਤਬਦੀਲੀ ਆਵੇਗੀ, ਜੀਵਨ ਦੇ ਵਿੱਚ ਵੀ ਸਬਰ ਆਵੇਗਾ। ਜਿਹੋ ਜਿਹਾ ਅਸੀਂ ਖਾਂਦੇ ਆ ਨਾ, ਖਾਣ ਦੇ ਨਾਲ ਵੀ ਸਾਡੀ ਆਤਮਾ ਦੇ ਉੱਤੇ ਬਹੁਤ ਜ਼ਿਆਦਾ ਅਸਰ ਹੁੰਦਾ। ਇਹ ਜੇਕਰ ਅਸੀਂ ਦੇਖਦੇ ਆ ਨਾ ਵੀ ਕੋਈ ਵੱਧ ਮਿਹਨਤ ਕਰਦਾ ਹੈ, ਮਿਹਨਤ ਦੀ ਕਮਾਈ ਵੀ ਕਰਦਾ ਹੈ, ਤਾਂ ਉਸ ਦੇ ਜੀਵਨ ਦੇ ਵਿੱਚ ਵੀ ਦੇਖਿਓ ਸਬਰ ਸ਼ੁਕਰਾਨਾ ਹੋਵੇਗਾ। ਜੇਕਰ ਉਹੀ ਅਸੀਂ ਧਨ ਦੀ ਪ੍ਰਾਪਤੀ ਲਈ ਕੇਵਲ ਭੱਜੇ ਫਿਰੀਏ, ਦਿਨ ਰਾਤ ਉਹੀ ਕੰਮ ਕਰੀਏ, ਤਾਂ ਅਸੀਂ ਪ੍ਰਸ਼ਾਦਾ ਪਾਣੀ ਛਕਦੇ ਵੀ ਉਹੀ ਕੁਝ ਸਾਡੇ ਮਨ ਦੇ ਵਿੱਚ ਵਿਚਾਰਾਂ ਚੱਲੀ ਜਾਂਦੀਆਂ ਵੀ ਕਿਸ ਤਰ੍ਹਾਂ ਹੋਰ ਅਸੀਂ ਇਕੱਠਾ ਕਰ ਲਈਏ। ਸੋ ਖੈਰ, ਇੱਥੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਉਸ ਦੇ ਕੋਲ, ਪੰਡਿਤ ਹਰਦਿਆਲ ਦੇ ਕੋਲ ਉਲਾਂਭਾ ਲੈ ਕੇ ਜਾਂਦੇ ਨੇ ਵੀ ਜਿਹੜਾ ਮੈਂ ਖੇਤ ਬੀਜਿਆ ਸੀ ਨਾ, ਉਹ ਸਾਰੇ ਦਾ ਸਾਰਾ ਜਿਹੜਾ ਇਹਨੇ ਉਜਾੜ ਦਿੱਤਾ ਤੇ ਅੱਜ ਤੱਕ ਜਦੋਂ ਦੀ ਹੋਸ਼ ਸੰਭਾਲੀ ਹੈ ਤੇ ਸਾਡੇ ਲਈ ਕੋਈ ਇਹੋ ਜਿਹਾ ਕਾਰਜ ਨਹੀਂ ਕੀਤਾ ਜਿਸ ਦੇ ਨਾਲ ਸਾਨੂੰ ਧਨ ਦੀ ਪ੍ਰਾਪਤੀ ਹੋ ਸਕੇ। ਖੋਇਓ ਸੰਚਿਓ ਪੂਰਬ ਮੇਰੋ, ਜਾਤੇ ਵਿਫਲ ਭਇਓ ਬਚ ਤੇਰੋ। ਤੇ ਕਹਿੰਦੇ ਜਿਹੜਾ ਪੂਰਬ ਦਾ ਭਾਵ ਹੁੰਦਾ ਪਿਛਲਾ, ਤੇ ਕਹਿੰਦਾ ਜਿਹੜਾ ਪੂਰਬ ਦਾ ਧਨ ਸੀ, ਜਿਹੜਾ ਮੇਰਾ ਪਿਛਲਾ ਧਨ ਸੀ ਨਾ, ਮਹਿਤਾ ਕਾਲੂ ਜੀ ਆਖਦੇ ਨੇ ਖੋਇਓ ਸੰਚਿਓ, ਉਹ ਸਾਰੇ ਦਾ ਸਾਰਾ ਧਨ ਗਵਾ ਦਿੱਤਾ। ਜਾਂ ਤੇ ਵਿਫਲ ਭਇਓ ਬਚ ਤੋਰੋ, ਤੇ ਇਸ ਲਈ ਤੁਹਾਡੇ ਸਾਰੇ ਬਚਨ ਜਿਹੜੇ ਨੇ ਹੁਣ ਵਿਅਰਥ ਸਮਝਾਂਗਾ ਮੈਂ,
ਮੇਰੇ ਜੀਵਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਟਿਕਾ ਨਹੀਂ ਆਇਆ। ਮੇਰੇ ਪੁੱਤਰ ਨੇ ਮੈਨੂੰ ਕਿਸੇ ਵੀ ਤਰ੍ਹਾਂ ਦੀ ਵਡਿਆਈ ਨਹੀਂ ਪ੍ਰਾਪਤ ਕਰਨ ਦਿੱਤੀ, ਕਿਸੇ ਵੀ ਤਰ੍ਹਾਂ ਦੇ ਨਾਲ ਮੇਰੀ ਸ਼ੋਭਾ ਹੁੰਦੀ ਨਹੀਂ ਦੇਖੀ। ਅੱਜ ਤੱਕ ਤਾਂ ਮੈਂ ਉਲਾਂਭੇ ਹੀ ਦੇਖੇ ਨੇ। ਚਾਹੇ ਦੁਨਿਆਵੀ ਲੋਕ ਸਾਰੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜੈ ਜੈਕਾਰ ਕਰਦੇ ਨੇ। ਮੈਂ ਆਪ ਜੀ ਦੇ ਨਾਲ ਪਹਿਲਾਂ ਵੀ ਬੇਨਤੀ ਕੀਤੀ ਕਿ ਮਨੁੱਖ ਦਾ ਸੁਭਾਅ ਹੁੰਦਾ ਕਿ ਉਸ ਦੇ ਜੇਕਰ ਸੁਭਾਅ ਦੇ ਵਿੱਚ ਚੰਗਿਆਈ ਹੈ, ਆਮ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਸਾਨੂੰ ਕੋਈ ਮਨੁੱਖ ਚੰਗਾ ਲੱਗਦਾ, ਉਹ ਮਨੁੱਖ ਦੂਜਾ ਚੰਗਾ ਬਾਅਦ ਵਿੱਚ ਹੁੰਦਾ। ਸਭ ਤੋਂ ਪਹਿਲਾਂ ਸਾਡੇ ਅੰਦਰ ਉਹ ਚੰਗਿਆਈ ਦਾ ਤੱਤ ਹੁੰਦਾ, ਕਿਉਂਕਿ ਅਸੀਂ ਦੂਜੇ ਦੇ ਵਿੱਚ ਚੰਗਿਆਈ ਲੱਭ ਲਈ। ਜੇਕਰ ਕੋਈ ਸਾਨੂੰ ਮਨੁੱਖ ਮਾੜਾ ਲੱਗਦਾ ਨਾ, ਉਹ ਸੁਭਾਅ ਸਾਡੇ ਦੇ ਵਿੱਚ ਇਹੋ ਜਿਹਾ ਮਾੜਾ ਔਗਣ ਹੈ ਵੀ ਅਸੀਂ ਉਸ ਦੇ ਜੀਵਨ ਦੇ ਵਿੱਚ ਇਕੱਲਾ ਮਾੜੇ ਪੱਖ ਨੂੰ ਹੀ ਦੇਖਿਆ, ਉਸ ਦੀ ਚੰਗਿਆਈ ਨੂੰ ਛੱਡ ਕੇ ਉਸ ਦੇ ਔਗਣਾਂ ਨੂੰ ਹੀ ਚਿਤਾਰਿਆ। ਇਸੇ ਕਰਕੇ ਹੁਣ ਮਹਿਤਾ ਕਾਲੂ ਜੀ ਕਿਤੇ ਨਾ ਕਿਤੇ ਆਪਣੇ ਪੁੱਤਰ ਦੀ ਜੇਕਰ ਉਹ ਚੰਗਾ ਕਾਰਜ ਵੀ ਕਰਦੇ ਨੇ ਤਾਂ ਉਸ ਦੇ ਵਿੱਚੋਂ ਇੱਥੋਂ ਤੱਕ ਹਜੇ ਤੱਕ ਮਾੜਾ ਪੱਖ ਹੀ ਫੜਦੇ ਨੇ, ਤੇ ਜਿਸ ਦੇ ਨਾਲ ਉਹ ਮਾੜੀ ਜੀ ਗਲਤੀ ਦੇ ਉੱਤੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਝਿੜਕਦੇ ਨੇ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਹੈ ਕਿ ਕਿਸ ਤਰ੍ਹਾਂ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਝਿੜਕਦੇ ਨੇ ਤੇ ਫਿਰ ਨਾਲ ਹੀ ਨਾਲ ਪੰਡਿਤ ਹਰਦਿਆਲ ਦੇ ਕੋਲ ਜਾ ਕੇ ਉਲਾਂਭਾ ਵੀ ਦਿੰਦੇ ਨੇ ਵੀ ਤੇਰੀ ਸਾਰੀ ਜੋਤਿਸ਼ ਦੀ ਵਿੱਦਿਆ ਜਿਹੜੀ ਫੇਲ ਹੈ। ਇੱਥੋਂ ਤੱਕ ਪ੍ਰਸੰਗ ਦੀ ਵਿਚਾਰ ਅਸੀਂ ਸਰਵਣ ਕਰ ਚੁੱਕੇ ਹਾਂ। ਰਹਿੰਦੀਆਂ ਵਿਚਾਰਾਂ ਅਸੀਂ ਅਗਲੇਰੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ ਕਿ ਪੰਡਿਤ ਹਰਦਿਆਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਕੀ ਕੁਝ ਸਮਝਾਉਣਾ ਕਰਦਾ ਹੈ, ਉਹ ਅਗਲੇਰੇ ਦੀਵਾਨਾਂ ਦੇ ਵਿੱਚ ਅਸੀਂ ਸਾਂਝਾ ਪਾਵਾਂਗੇ। ਉਹਨਾਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।